ਮੇਰੇ ਖੋਜ ਪਰਚੇ ਦਾ ਵਿਸ਼ਾ ਹੈ ਪੰਜਾਬ ਦੇ ਕਬੀਲਿਆਂ ਦੀਆਂ ਲੋਕ ਕਲਾਵਾਂ ਦਾ ਅਧਿਐਨ। ਕਬੀਲਈ ਸਮੂਹ ਦੀ ਕਲਾ ਉਹਨਾਂ ਦੇ ਕਿੱਤੇ ਵਿੱਚੋਂ ਪੈਦਾ ਹੁੰਦੀ ਹੈ। ਇਨ੍ਹਾਂ ਕਲਾਵਾਂ ਪਿੱਛੇ ਕਿਸੇ ਮਨੁੱਖੀ ਸਮੂਹ ਦਾ ਪੀੜ੍ਹੀ ਦਰ ਪੀੜ੍ਹੀ ਵਿਕਾਸ ਅਤੇ ਪਰੰਪਰਾ ਨੂੰ ਆਪਣੇ ਕਿੱਤੇ ਨਾਲ ਲੈ ਕੇ ਚੱਲਣ ਦਾ ਵਿਸ਼ਵਾਸ ਜੁੜਿਆ ਹੁੰਦਾ ਹੈ। ਕੋਈ ਕਿੱਤਾ ਜਦੋਂ ਪਰੰਪਰਾਗਤ ਰੂਪ ਵਿੱਚ ਕਿਸੇ ਸਮੂਹ ਦਾ ਅਭਿੰਨ ਅੰਗ ਬਣ ਜਾਂਦਾ ਹੈ, ਉਹ ਕਿੱਤਾ ਕਬੀਲਈ ਸਮੂਹ 'ਤੇ ਭਾਰੀ ਹੋ ਕੇ ਉਸ ਦੀ ਪਛਾਣ ਨਿਰਧਾਰਿਤ ਕਰਨ ਲੱਗਦਾ ਹੈ। ਮਨੁੱਖੀ ਸਮੂਹਾਂ ਦੇ ਸਮਾਜਿਕ ਅਧਿਐਨ ਤੋਂ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਜ਼ਿਆਦਾਤਰ ਕਬੀਲਈ ਸਮੂਹ ਅਤੇ ਜਾਤੀਆਂ ਦੇ ਨਾਮਕਰਨ ਦਾ ਆਧਾਰ ਉਹਨਾਂ ਦੇ ਪਰੰਪਰਾਗਤ ਕਿੱਤੇ ਹਨ। ਲੋਕ ਕਲਾਵਾਂ ਦੇ ਪ੍ਰਸੰਗ ਵਿੱਚ ਇਹ ਗੱਲ ਸਮਝਣੀ ਜ਼ਰੂਰੀ ਹੋ ਜਾਂਦੀ ਹੈ ਕਿ ਕਲਾ ਦਾ ਭਾਵੇਂ ਕੋਈ ਵੀ ਰੂਪ ਹੋਵੇ, ਉਸ ਵਿੱਚ ਮਨੁੱਖ ਦਾ ਮਨ ਪ੍ਰਸੰਨ ਹੋਣਾ ਅਤੇ ਉਸ ਦੀ ਮਾਨਸਿਕ ਤਸੱਲੀ ਲਾਜ਼ਮੀ ਹੈ। ਕਬੀਲਈ ਲੋਕ ਕਲਾਵਾਂ ਵਿੱਚ ਸੁਹਜ ਤ੍ਰਿਪਤੀ ਅਤੇ ਕਲਾਤਮਕ ਸਿਰਜਣਕਾਰੀ ਦੀ ਹੋਂਦ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਦੇ ਨਾਲ ਹੀ ਇਸ ਦੀ ਉਪਯੋਗਤਾ, ਜੋ ਕਬੀਲਈ ਲੋਕ ਕਲਾਵਾਂ ਦਾ ਵੱਡਾ ਗੁਣ ਹੈ, ਉਹ ਦੋਹਰੇ ਅਰਥਾਂ ਵਿੱਚ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। ਕਬੀਲਈ ਲੋਕ ਕਲਾਵਾਂ ਦੀ ਸਿਰਜਣਕਾਰੀ ਜਿੱਥੇ ਕਬੀਲਈ ਸਮਾਜ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ, ਉੱਥੇ ਹੀ ਇਹ ਉਹਨਾਂ ਦੀਆਂ ਆਰਥਿਕ ਵਸੀਲਿਆਂ ਵਿੱਚ ਸਹਾਇਕ ਵੀ ਹੁੰਦੀ ਹੈ। ਕਬੀਲਈ ਲੋਕ ਕਲਾਵਾਂ ਦੀ ਉਪਯੋਗਤਾ ਨੂੰ ਜਦੋਂ ਕਬੀਲਈ ਸਮੂਹ ਦੀ ਆਰਥਿਕਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਤਾਂ ਇਸ ਦੇ ਦੋ ਪੱਖ ਸਾਡੇ ਸਾਹਮਣੇ ਪੇਸ਼ ਹੁੰਦੇ ਹਨ। ਇੱਕ ਤਾਂ ਇਹ ਕਬੀਲਈ ਸਮੂਹ ਦੀ ਰੋਜੀ ਦਾ ਸਾਧਨ ਹਨ। ਦੂਜਾ, ਜਿਨ੍ਹਾਂ ਵਸਤਾਂ ਜਾਂ ਕਲਾਵਾਂ ਦੀ ਸਿਰਜਣਾ ਕਬੀਲਈ ਸਮੂਹ ਕਰਦੇ ਹਨ, ਉਹ ਮੁੱਖ ਧਾਰਾ ਲਈ ਉਪਯੋਗਤਾ ਰੱਖਦੀਆਂ ਹਨ। ਕਬੀਲਈ ਸਮਾਜ ਵਿੱਚ ਵਾਧੂ ਉਤਪਾਦਨ ਦੀ ਪ੍ਰਵਿਰਤੀ ਨਜ਼ਰ ਨਹੀਂ ਆਉਂਦੀ। ਇਸ ਪਿੱਛੇ ਵੱਡਾ ਕਾਰਨ ਇਹ ਹੈ ਕਿ ਉਹ ਮੰਡੀ ਨੂੰ ਧਿਆਨ ਵਿੱਚ ਰੱਖ ਕੇ ਵਸਤਾਂ ਦਾ ਉਤਪਾਦਨ ਨਹੀਂ ਕਰਦੇ। ਉਹ ਉਪਭੋਗੀ ਮੁੱਖ ਧਾਰਾ ਲਈ ਉਪਯੋਗੀ ਅਤੇ ਆਪਣੇ ਕਬੀਲਈ ਪਰੰਪਰਾ ਨਾਲ ਸੰਬੰਧਿਤ ਵਸਤਾਂ ਦਾ ਨਿਰਮਾਣ ਕਰਦੇ ਹਨ। ਮੁੱਖ ਧਾਰਾ ਦੀਆਂ ਜ਼ਿਆਦਾਤਰ ਲੋਕ ਕਲਾਵਾਂ ਦੀ ਸਿਰਜਕ ਔਰਤ ਨੂੰ ਮੰਨਿਆ ਜਾ ਸਕਦਾ ਹੈ। ਇਸ ਦੇ ਉਲਟ ਕਬੀਲਈ ਸਮਾਜ ਵਿੱਚ ਔਰਤ ਦੀ ਸਥਿਤੀ ਬਰਾਬਰੀ ਵਾਲੀ ਹੈ। ਕਬੀਲਈ ਮੂਰਤ ਲੋਕ ਕਲਾਵਾਂ ਵਿੱਚ ਔਰਤ ਮਰਦ ਦੀ ਹਿੱਸੇਦਾਰੀ ਬਰਾਬਰ ਦੀ ਹੁੰਦੀ ਹੈ। ਬਾਹਰੋਂ ਕੱਚਾ ਮਾਲ ਲੈ ਕੇ ਆਉਣ ਅਤੇ ਉਸ ਨੂੰ ਕਲਾਤਮਿਕ ਰੂਪ ਦੇਣ ਤੱਕ ਜਾਂ ਵਿਕਰੀਯੋਗ ਵਸਤੂ ਦੀ ਵਿਕਰੀ ਤੱਕ ਦੋਵੇਂ ਧਿਰਾਂ ਸਾਂਝੇ ਰੂਪ ਵਿੱਚ ਕਾਰਜ ਕਰਦੀਆਂ ਹਨ। ਕਬੀਲਈ ਸਮਾਜ ਦੀ ਖੂਬਸੂਰਤੀ ਇਹ ਹੈ ਕਿ ਉਸ ਵਿੱਚ ਚਾਰ ਦੀਵਾਰੀ ਨਹੀਂ ਹੁੰਦੀ। ਉਹਨਾਂ ਦੀ ਖੁੱਲ੍ਹਦਿਲੀ ਅਤੇ ਬਰਾਬਰੀ ਵਾਲੀ ਟੱਪਰੀ, ਝੁੰਮੀ ਜਾਂ ਛੱਪਰੀ ਹੁੰਦੀ ਹੈ। ਇੱਥੇ ਹਰ ਧੀ ਪੁੱਤ ਦੀ ਆਪਣੀ ਆਜ਼ਾਦੀ ਹੈ। ਚਾਰ ਦੀਵਾਰੀ ਨਹੀਂ ਤਾਂ ਉਸ ਨੂੰ ਲਿਪਣ ਅਤੇ ਪਾਂਡੂ ਫੇਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਬੀਲਈ ਲੋਕ ਕਲਾਵਾਂ ਦੀ ਕਮਾਲ ਦੀ ਕਲਾ ਉਹਨਾਂ ਦੀਆਂ ਟੱਪਰੀਆਂ 'ਚੋਂ ਦੇਖੀ ਜਾ ਸਕਦੀ ਹੈ, ਜਿਸ ਨੂੰ ਮਿਲ ਕੇ ਇੱਕ ਪਰਿਵਾਰ ਪਤਾ ਨਹੀਂ ਕਿੰਨੀ ਵਾਰ ਬਣਾਉਂਦਾ ਹੈ। ਉਹਨਾਂ ਦਾ ਉਸ ਜਗ੍ਹਾ 'ਤੇ ਰਹਿਣ ਦਾ ਸਮਾਂ ਨਿਰਧਾਰਤ ਕਰਦਾ ਹੈ ਕਿ ਟੱਪਰੀ ਕਿਸ ਤਰ੍ਹਾਂ ਦੀ ਬਣਾਈ ਜਾਵੇ। ਕੁਝ ਦਿਨਾਂ ਦੇ ਵਸੇਵੇ ਲਈ ਅਸਥਾਈ ਤੰਬੂ ਲਗਾਇਆ ਜਾਂਦਾ ਹੈ। ਜੇਕਰ ਡੇਰਾ ਪੱਕਾ ਲਾਣਾ ਹੋਵੇ, ਫਿਰ ਕਲਾਤਮਕ ਤਰੀਕੇ ਅਨੁਸਾਰ ਟੱਪਰੀ ਤਿਆਰ ਕੀਤੀ ਜਾਂਦੀ ਹੈ। ਟੱਪਰੀ ਦੇ ਅੰਦਰੂਨੀ ਪਾਸਿਆਂ ਨੂੰ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਪੁਰਾਣੀਆਂ ਜੁੱਲੀਆਂ ਨਾਲ ਸਜਾਇਆ ਜਾਂਦਾ ਹੈ। ਸਾਡੇ ਸਾਹਮਣੇ ਲੋਕ ਕਲਾ ਦਾ ਇਹ ਪੱਖ ਉੱਘੜ ਕੇ ਸਾਹਮਣੇ ਆਉਂਦਾ ਹੈ ਕਿ ਲੋਕ ਕਲਾ ਕਿਸੇ ਸਮਾਜ ਜਾਂ ਸਮੂਹ ਨੂੰ ਪ੍ਰਾਪਤ ਹੋਣ ਵਾਲੀ ਸਮੱਗਰੀ 'ਤੇ ਆਧਾਰਿਤ ਹੁੰਦੀ ਹੈ। ਪੰਜਾਬ ਦੀ ਭੂਮੀ ਵਿੱਚ ਦਰੀਆਂ, ਬਾਗ, ਫੁਲਕਾਰੀ, ਬੁਣਤੀ, ਖਿਡੌਣੇ ਆਦਿ ਲਈ ਕਪਾਹ ਦੇ ਰੂਪ ਵਿੱਚ ਸਮੱਗਰੀ ਉਪਲਬਧ ਸੀ। ਇਹਨਾਂ ਤੋਂ ਮੁੱਖ ਧਾਰਾ ਉਪਰੋਕਤ ਕਲਾਵਾਂ ਦਾ ਨਿਰਮਾਣ ਕਰਦੀ ਹੈ। ਇਹਨਾਂ ਕਲਾਵਾਂ ਦਾ ਨਿਰਮਾਣ ਸਾਧਨ ਸੰਪੰਨ ਧਿਰ ਕਰਦੀ ਹੈ। ਲੋਕ ਕਲਾ ਦਾ ਅਧਿਐਨ ਉਸ ਦੀਆਂ ਭੂਗੋਲਿਕ ਪ੍ਰਸਥਿਤੀਆਂ ਤੋਂ ਲਾਂਭੇ ਜਾ ਕੇ ਨਹੀਂ ਹੋ ਸਕਦਾ। ਕਬੀਲਈ ਸਮਾਜ ਪੰਜਾਬ ਦੀ ਭੂਗੋਲਿਕ ਸਥਿਤੀ ਵਿੱਚ ਪੈਦਾ ਹੋਣ ਜਾਂ ਮਿਲਣ ਵਾਲੀਆਂ ਵਸਤਾਂ ਤੋਂ ਆਪਣੀਆਂ ਕਲਾਵਾਂ ਦੀ ਸਿਰਜਣਾ ਕਰਦੇ ਹਨ। ਕਬੀਲਈ ਸਮੂਹ ਅਤੇ ਮੁੱਖ ਧਾਰਾ ਦੀਆਂ ਲੋਕ ਕਲਾਵਾਂ ਵਿਚਕਾਰ ਅੰਤਰ ਦਾ ਇੱਕ ਕਾਰਨ ਇਹ ਹੈ ਕਿ ਕਬੀਲਈ ਸਮੂਹ ਕੋਲ ਉਹ ਪੈਦਾਵਾਰੀ ਸਾਧਨ ਨਹੀਂ ਹਨ ਜੋ ਮੁੱਖ ਧਾਰਾ ਕੋਲ ਹਨ। ਕਬੀਲਈ ਸਮੂਹ ਆਪਣੀਆਂ ਕਲਾਵਾਂ ਲਈ ਸਮੱਗਰੀ ਮੁੱਖ ਸਮਾਜ ਵਿੱਚੋਂ ਹੀ ਪ੍ਰਾਪਤ ਕਰਦਾ ਹੈ। ਇੱਥੇ ਇਹ ਨੁਕਤਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ ਕਿ ਹਾਸ਼ੀਆਕ੍ਰਿਤ ਧਿਰ ਸਾਧਨ ਸੰਪੰਨ ਧਿਰ ਲਈ ਆਪਣੇ ਚੌਗਿਰਦੇ ਵਿੱਚੋਂ ਪ੍ਰਾਪਤ ਸਮੱਗਰੀ ਨਾਲ ਉਹਨਾਂ ਲਈ ਉਪਯੋਗੀ ਸੰਦਾਂ ਜਾਂ ਵਸਤਾਂ ਦਾ ਨਿਰਮਾਣ ਕਰਦੀ ਹੈ। ਕਿਸੇ ਕਬੀਲਈ ਵਿਅਕਤੀ ਵੱਲੋਂ ਆਪਣੀ ਕਲਾਤਮਕ ਸ਼ਕਤੀ ਦਾ ਪੂਰਾ ਜ਼ੋਰ ਲਾ ਕੇ ਲੋਗੜੀਆਂ ਨਾਲ ਸ਼ਿੰਗਾਰੀ ਸੜਕਾਂ ਵਾਲੀ ਛੱਜਲੀ ਭਰਮਾਂ ਛੱਜ ਦੀ ਮਜ਼ਬੂਤੀ, ਸੁਹਜ ਅਤੇ ਸੁੰਦਰਤਾ ਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਪਰ ਇੱਕ ਛੱਜ ਘਾੜੇ ਦੀ ਮਾਨਸਿਕ ਤ੍ਰਿਪਤੀ ਕਿਸੇ ਪਿੰਡ ਦੇ ਮੋਤਬਰ ਬੰਦੇ ਦੇ ਇਹ ਸ਼ਬਦ ਕਹਿਣ ਵਿੱਚ ਪਈ ਹੈ, ਕੱਦੂ ਤੇਰੇ ਨਾਲ ਦੀ ਛੱਜਲੀ ਕੋਈ ਨਹੀਂ ਬਣਾ ਸਕਦਾ, ਮਜਾਲ ਹੈ ਜਮਕ ਜੇ। ਇਸ ਤਰ੍ਹਾਂ ਦੇ ਪ੍ਰਸ਼ੰਸਾਤਮਕ ਸ਼ਬਦ ਬੰਦੇ ਨੂੰ ਕਲਾਤਮਕ ਸਿਰਜਣਾ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਹ ਹੋਰ ਵੀ ਸੁਹਜਾਤਮਕ ਤਰੀਕੇ ਨਾਲ ਆਪਣੀ ਕਲਾਤਮਕ ਸਿਰਜਣਕਾਰੀ ਕਰਦਾ ਹੈ। ਛੱਜ ਬਣਾਉਣ ਦੀ ਕਲਾ ਇਹਨਾਂ ਨੂੰ ਵਿਰਾਸਤ ਵਿੱਚ ਮਿਲੀ ਹੈ। ਮਾਂ ਵਿਸ਼ੇਸ਼ ਤੌਰ 'ਤੇ ਆਪਣੀਆਂ ਧੀਆਂ ਨੂੰ ਛੱਜ ਬਣਾਉਣ ਦੀ ਸਿਖਲਾਈ ਦਿੰਦੀ ਹੈ। ਭਵਿੱਖ ਵਿੱਚ ਉਹ ਬਣਾਵੇ ਜਾਂ ਨਾ ਬਣਾਵੇ, ਪਰ ਸਿਖਾਇਆ ਜ਼ਰੂਰ ਜਾਂਦਾ ਹੈ। ਲੋਕ ਕਲਾਵਾਂ ਦੀ ਸਿਰਜਣਕਾਰੀ ਆਲੇ ਦੁਆਲੇ ਤੋਂ ਇਕੱਤਰ ਕੀਤੀ ਸਮੱਗਰੀ ਵਿੱਚ ਜਾਨ ਭਰ ਦੇਣ ਵਿੱਚ ਹੈ। ਸਪੇਲਾ ਕਬੀਲਈ ਸਮੂਹ ਲੋਕਾਂ ਵੱਲੋਂ ਸੁੱਟੇ ਕਾਗਜ਼, ਗੱਤਾ, ਕਬਾੜ ਆਦਿ ਨੂੰ ਚੁੱਕਦੇ ਹਨ। ਉਸ ਨੂੰ ਆਪਣੀ ਕਲਾਤਮਕ ਸਿਰਜਣਾ ਦੁਆਰਾ ਬੱਚਿਆਂ ਦੇ ਖੇਡਣ ਲਈ ਕਾਗਜ਼ ਦੇ ਡਮਰੂ ਅਤੇ ਭੰਬੀਰੀਆਂ ਦਾ ਰੂਪ ਦੇ ਦਿੰਦੇ ਹਨ। ਸਪੇਲੇ ਕਾਗਜ਼, ਝਾੜੂ ਦੀ ਤੀਲ ਅਤੇ ਕਾਨੇ ਤੋਂ ਚੱਲਦੀ ਫਿਰਦੀ ਭੰਬੀਰੀ ਤੇ ਡਮਰੂ ਤਿਆਰ ਕਰ ਦਿੰਦੇ ਹਨ। ਚੁੱਕ ਕੇ ਲਿਆਂਦੇ ਕਾਗਜ਼ਾਂ ਵਿੱਚ ਰੰਗੀਨ ਕਾਗਜ਼ਾਂ ਨੂੰ ਡਮਰੂ ਤੇ ਭੰਬੀਰੀ ਬਣਾਉਣ ਲਈ ਵਰਤਿਆ ਜਾਂਦਾ ਹੈ। ਜੇਕਰ ਜ਼ਰੂਰਤ ਹੋਵੇ ਤਾਂ ਰੰਗ ਵੀ ਲਿਆ ਜਾਂਦਾ ਹੈ।
ਸਪੇਰੇ ਕਬੀਲੇ ਦਾ ਕੋਈ ਮਰਦ ਜਾਂ ਔਰਤ ਅਜਿਹਾ ਨਹੀਂ ਜਿਸ ਨੇ ਇਹਨਾਂ ਕਬੀਲਈ ਲੋਕ ਕਲਾਵਾਂ ਦੀ ਸਿਰਜਣਾ ਨਾ ਕੀਤੀ ਹੋਵੇ। ਕਬੀਲਈ ਸਮੂਹ ਦੀਆਂ ਕੁੜੀਆਂ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਦਾਜ ਲਈ ਜਾਂ ਮਾਂ ਵੱਲੋਂ ਆਪਣੀ ਧੀ ਦੇ ਦਾਜ ਲਈ ਤਿਆਰ ਕੀਤੀ ਜੁੱਲੀ ਕਬੀਲਈ ਲੋਕ ਕਲਾਵਾਂ ਦਾ ਵੱਖਰਾ ਨਮੂਨਾ ਹੈ, ਜਿਸ ਵਿੱਚ ਵੱਖ-ਵੱਖ ਲੀਰਾਂ ਦੇ ਤਿਕੋਣੇ ਜਾਂ ਵਰਗਾਕਾਰ ਟੁਕੜਿਆਂ ਤੋਂ ਵੱਖੋ ਵੱਖਰੇ ਨਮੂਨਿਆਂ ਵਿੱਚ ਜੁੱਲੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਭੰਬੀਰੀ, ਫੁੱਟਵਾਲ, ਪੱਤਾ, ਫੁੱਲ, ਜਹਾਜ਼, ਮੱਛੀ, ਉੱਠ ਆਦਿ ਦੇ ਨਮੂਨੇ ਸ਼ਾਮਲ ਹਨ। ਇਹ ਨਮੂਨੇ ਚਿੰਨ੍ਹਾਤਮਕ ਰੂਪ ਵਿੱਚ ਕਬੀਲਈ ਮਾਨਸਿਕਤਾ ਨੂੰ ਪੇਸ਼ ਕਰਦੇ ਹਨ। ਜੋ ਸੰਜੀਵ ਜਾਂ ਨਿਰਜੀਵ ਵਸਤਾਂ ਕਬੀਲਈ ਸਮੂਹ ਦੇ ਆਲੇ ਦੁਆਲੇ ਵਿੱਚ ਆਉਂਦੀਆਂ ਹਨ, ਉਹ ਵਸਤਾਂ ਨਮੂਨਿਆਂ ਦੇ ਰੂਪ ਵਿੱਚ ਰੂਪਮਾਨ ਹੋ ਕੇ ਜੁੱਲੀਆਂ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਇਨ੍ਹਾਂ ਨਮੂਨਿਆਂ ਵਿੱਚ ਭੰਬੀਰੀ ਪੌਣ ਚੱਕੀ ਵਾਲੇ ਨਮੂਨੇ ਵਾਲੀ ਜੁੱਲੀ ਦਾ ਪ੍ਰਸਿੱਧ ਹੋਣਾ ਇਸ ਕਬੀਲੇ ਦੀ ਰੋਜੀ ਦਾ ਸਾਧਨ ਭੰਬੀਰੀ ਬਣਾਉਣ ਦੀ ਕਲਾ ਨੂੰ ਪੇਸ਼ ਕਰਦਾ ਹੈ। ਕਬੀਲਈ ਅਵਚੇਤਨ ਵਿੱਚ ਇਸ ਦਾ ਸੰਬੰਧ ਕਬੀਲਈ ਵਿਅਕਤੀ ਦੀ ਜ਼ਿੰਦਗੀ ਵਿੱਚ ਲਗਾਤਾਰਤਾ ਦੇ ਮਹੱਤਵ ਨੂੰ ਦਰਸਾਉਂਦਾ ਹੈ। ਕਬੀਲਈ ਜੀਵਨ ਵਿੱਚ ਚੱਲਦੇ ਰਹਿਣਾ ਹੀ ਜੀਵਨ ਹੈ। ਖੜੌਤ ਨੂੰ ਮੌਤ ਸਮਾਨ ਦੇਖਿਆ ਜਾ ਸਕਦਾ ਹੈ। ਭੋਗੜਾ ਨਾਟ ਬੌਰੀਆ ਕਬੀਲੇ ਦੀਆਂ ਅਮੂਰਤ ਕਲਾਵਾਂ ਵਿੱਚੋਂ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਇਸ ਲੋਕ ਨਾਟ ਨੂੰ ਕਬੀਲਈ ਲੋਕ ਹੋਲੀ ਤੋਂ ਕੁਝ ਦਿਨ ਪਹਿਲਾਂ ਖੇਡਣਾ ਸ਼ੁਰੂ ਕਰ ਦਿੰਦੇ ਹਨ। ਭੋਗੜਾ ਹੋਲੀ ਦਹਨ ਤੱਕ ਚੱਲਦਾ ਹੈ। ਇਹ ਲੋਕ ਨਾਟ ਟੋਲੀਆਂ ਦੇ ਰੂਪ ਵਿੱਚ ਘਰਾਂ, ਗਲੀ ਮੁਹੱਲਿਆਂ ਵਿੱਚ ਖੇਡਿਆ ਜਾਂਦਾ ਹੈ। ਇਸ ਵਿੱਚ ਕਈ ਪਾਤਰ ਸ਼ਾਮਲ ਹੁੰਦੇ ਹਨ, ਜਿਵੇਂ ਕਲੰਦਰ, ਰਿੱਛ, ਹਨੂੰਮਾਨ, ਸ਼ੇਰ, ਬਘਿਆੜ, ਅੰਗਰੇਜ਼ ਆਦਿ, ਜੋ ਲੋਕਾਂ ਦਾ ਮਨੋਰੰਜਨ ਕਰਦੇ ਹਨ। ਭੁਗੜਾ ਨਾਟ ਨੂੰ ਕਬੀਲਈ ਲੋਕ ਰੂਪ ਬਹਿਰੂਪੀਆ ਰੂਪ ਵਿੱਚ ਪੇਸ਼ ਕਰਦੇ ਹਨ। ਜਦੋਂ ਭੁਗੜਾ ਲੋਕ ਨਾਟ ਨੂੰ ਕਬੀਲਈ ਮਾਨਸਿਕਤਾ ਤੋਂ ਸਮਝਣ ਦਾ ਯਤਨ ਕਰਦੇ ਹਾਂ ਤਾਂ ਕਬੀਲਈ ਵਿਅਕਤੀ ਦੇ ਅਵਚੇਤਨ ਵਿੱਚ ਪਏ ਜੰਗਲੀ ਜੀਵਨ ਨੂੰ ਨਾਟ ਰਾਹੀਂ ਦੇਖ ਸਕਦੇ ਹਾਂ। ਕਬੀਲਈ ਸਮੂਹ ਉੱਪਰ ਕ੍ਰਿਮੀਨਲ ਟ੍ਰਾਈਬ ਐਕਟ ਰਾਹੀਂ ਹੋਏ ਅਤਿਆਚਾਰ ਨੂੰ ਕਬੀਲਈ ਲੋਕ ਅੰਗਰੇਜ਼ ਪਾਤਰ ਦੇ ਮਜ਼ਾਕ ਬਣਾ ਕੇ ਉਸ ਪ੍ਰਤੀ ਆਪਣਾ ਗੁੱਸਾ ਪ੍ਰਗਟ ਕਰਦੇ ਹਨ। ਸੈਨਿਕ ਦੀ ਟ੍ਰੇਨਿੰਗ ਦੇ ਰੂਪ ਵਿੱਚ ਕਬੀਲਈ ਵਿਅਕਤੀ ਕਿਸੇ ਸ਼ਿਕਾਰੀ ਗਤੀਵਿਧੀ ਨੂੰ ਕਲਾਤਮਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਬੌਰੀਆ ਕਬੀਲੇ ਨੂੰ ਦੁਸਹਿਰੇ, ਦੀਵਾਲੀ ਦੇ ਦਿਨਾਂ ਵਿੱਚ ਰਾਮਲੀਲਾ ਦੇ ਪਾਤਰਾਂ ਦੇ ਰੂਪ ਵਿੱਚ ਗਲੀ ਮੁਹੱਲਿਆਂ ਵਿੱਚ ਦੇਖਿਆ ਜਾ ਸਕਦਾ ਹੈ। ਰਾਮਲੀਲਾ ਦੇ ਪਾਤਰ ਹੀ ਨਹੀਂ, ਉਹ ਬਾਜ਼ਾਰ ਵਿੱਚ ਇਨਕਮ ਟੈਕਸ ਵਿਭਾਗ ਦੇ ਅਫਸਰ, ਥਾਣੇਦਾਰ, ਸਿਪਾਹੀ ਆਦਿ ਦਾ ਰੂਪ ਵੀ ਧਾਰ ਲੈਂਦੇ ਹਨ। ਇਸ ਨਾਲ ਉਹ ਦੁਕਾਨਦਾਰ, ਰੇਹੜੀ ਵਾਲਿਆਂ ਦਾ ਮਜ਼ਾਕ ਬਣਾ ਕੇ ਚੰਗਾ ਹਾਸਾ ਪਵਾ ਦਿੰਦੇ ਹਨ। ਬਾਜੀਗਰ ਕਬੀਲੇ ਦੀ ਬਾਜੀ ਦੀ ਕਲਾ ਇਹਨਾਂ ਦੇ ਕਬੀਲਈ ਨਾਂ ਤੋਂ ਪੁਰਾਣੀ ਪ੍ਰਤੀਤ ਹੁੰਦੀ ਹੈ। ਬਾਜੀਗਰ ਕਬੀਲਾ ਆਪਣਾ ਸੰਬੰਧ ਰਾਜਪੂਤ ਜਾਤੀਆਂ ਨਾਲ ਜੋੜਦੇ ਹਨ ਅਤੇ ਆਪਣੇ ਆਪ ਨੂੰ ਗਵਾਰ ਰਾਜਪੂਤ ਮੰਨਦੇ ਹਨ। ਬਾਜੀ ਪ੍ਰਦਰਸ਼ਨੀ ਕਲਾ ਹੈ, ਜਿਸ ਵਿੱਚ ਸਰੀਰਕ ਕਲਾਵਾਂ ਦੀ ਪੇਸ਼ਕਾਰੀ ਹੁੰਦੀ ਹੈ। ਬਾਜੀ ਪਾਉਣ ਦੀ ਕਲਾ ਹਰ ਬਾਜੀਗਰ ਗਵਾਰ ਵਿਅਕਤੀ ਵਿੱਚ ਨਹੀਂ ਹੈ, ਪਰ ਜੋ ਬਾਜੀ ਪਾਉਂਦੇ ਹਨ ਉਹ ਬਾਜੀਗਰ ਹੁੰਦੇ ਹਨ। ਇਹ ਕਿਸੇ ਖਾਸ ਸਥਿਤੀ ਵਿੱਚ ਪੈਦਾ ਹੋਇਆ ਜਾਂ ਤਿਆਰ ਕੀਤਾ ਗਰੁੱਪ ਸੀ। ਇਸ ਨੂੰ ਕਿਸੇ ਸਮੇਂ ਸੈਨਿਕ ਸ਼ਕਤੀ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਹੋਵੇਗਾ। ਇਹ ਵੀ ਸੰਭਵ ਹੋ ਸਕਦਾ ਹੈ ਕਿ ਵੱਖ-ਵੱਖ ਸੈਨਿਕ ਟੁਕੜੀਆਂ ਦੀਆਂ ਉਹ ਜੁਗਤਾਂ ਜੋ ਯੁੱਧ ਸਮੇਂ ਕਿਸੇ ਕਿਲੇ ਅੰਦਰ ਜਾਣ ਲਈ ਵਰਤੀਆਂ ਜਾਂਦੀਆਂ ਸਨ, ਉਸ ਤੋਂ ਬਾਅਦ ਆਪਣੀ ਰੋਜੀ ਲਈ ਕਿਸੇ ਸਮੂਹ ਨੇ ਕਰਤੱਵ ਦਿਖਾਉਣ ਲਈ ਵਰਤ ਲਿਆ ਹੋਵੇ। ਬਾਜੀ ਪਾਉਣ ਵੇਲੇ ਲੱਤਾਂ ਨਾਲ ਤੁਰਨ ਦੀ ਬਜਾਏ ਬਾਹਾਂ ਨਾਲ ਤੁਰਨਾ, ਸਰੂ ਚੱਲਣਾ, ਸਿਰ ਉੱਪਰ 15 ਫੁੱਟ ਲੰਬਾ ਬਾਂਸ ਟਿਕਾ ਕੇ ਉਸ ਉੱਪਰ ਦੂਜੇ ਆਦਮੀ ਦਾ ਚੜ੍ਹਨਾ, ਨਿਆਰਾ ਅੱਗ ਵਿੱਚ ਦੀ ਲੰਘਣਾ, ਲੋਰ, ਚੌਂਕੀ ਦੀ ਛਾਲ ਤੇ ਸੂਲੀ ਦੀ ਛਾਲ ਨੂੰ ਅਧੀਨ ਵਿਚਾਰਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੀਆਂ ਸੈਨਿਕ ਟੁਕੜੀਆਂ ਰੱਖੀਆਂ ਜਾਂਦੀਆਂ ਹੋਣਗੀਆਂ। ਜੇਕਰ ਨਿਆਰਾਂ ਨੂੰ ਹੀ ਦੇਖਿਆ ਜਾਵੇ ਤਾਂ ਇੱਕ ਸੈਨਿਕ ਟੁਕੜੀ ਲੰਬੇ ਬਾਂਸ ਦੇ ਸਹਾਰੇ ਨਾਲ ਕਿਸੇ ਦੂਜੇ ਸੈਨਿਕ ਦੀ ਸਹਾਇਤਾ ਨਾਲ ਮਹਿਲ ਉੱਪਰ ਚੜ੍ਹਦੀ ਸੀ। ਪਹਿਲੇ ਸੈਨਿਕ ਨੇ ਦੂਜੇ ਨੂੰ ਉੱਪਰ ਚੜ੍ਹਾਇਆ, ਤੀਜੇ ਨੇ ਪਹਿਲੇ ਨੂੰ। ਇਸ ਤਰ੍ਹਾਂ ਸੈਨਿਕਾਂ ਦੀ ਇੱਕ ਵਿਸ਼ੇਸ਼ ਟੁਕੜੀ ਮਹਿਲ ਅੰਦਰ ਜਾਂਦੀ ਹੋਵੇਗੀ। ਇਸ ਤਰ੍ਹਾਂ ਦੀ ਹੀ ਕੋਈ ਟੁਕੜੀ ਆੜ, ਚੌਂਕੀ ਦੀ ਛਾਲ ਵਾਲੀ ਹੁੰਦੀ ਹੋਵੇਗੀ, ਜੋ ਉੱਚੀ ਛਾਲ ਰਾਹੀਂ ਕਿਸੇ ਕੰਧ ਨੂੰ ਪਾਰ ਕਰਦੀ ਹੋਵੇਗੀ। ਰਾਜਪੂਤ ਰਾਜ ਦੇ ਖਾਤਮੇ ਤੋਂ ਬਾਅਦ ਜੋ ਸੈਨਿਕ ਮੁਸਲਿਮ ਸ਼ਾਸਕਾਂ ਦੀ ਸੈਨਾ ਵਿੱਚ ਨਹੀਂ ਰਹੇ, ਹੋ ਸਕਦਾ ਹੈ ਉਹਨਾਂ ਨੇ ਇਹ ਸੈਨਿਕ ਕਰਤੱਵ ਖੇਡ ਦੇ ਰੂਪ ਵਿੱਚ ਸਮਾਜ ਵਿੱਚ ਦਿਖਾਉਣੇ ਸ਼ੁਰੂ ਕਰ ਦਿੱਤੇ ਹੋਣ। ਆਪਣੀ ਇਸ ਬਾਜੀ ਦੀ ਕਲਾ ਦੇ ਸਹਾਰੇ ਬਾਜੀਗਰ ਕਬੀਲਾ ਆਪਣੀ ਰੋਜੀ ਕਮਾਉਂਦਾ ਰਿਹਾ ਹੈ। ਗਾਡੀ ਲੋਹਾਰ ਕਬੀਲੇ ਦਾ ਪਹਿਰਾਵਾ ਉਹਨਾਂ ਦੀ ਕਲਾ ਦਾ ਉੱਤਮ ਨਮੂਨਾ ਕਿਹਾ ਜਾ ਸਕਦਾ ਹੈ। ਉਹਨਾਂ ਦੇ ਪਹਿਰਾਵੇ ਤੋਂ ਸਹਿਜ ਹੀ ਉਹਨਾਂ ਦੇ ਗਾਡੀ ਲੋਹਾਰ ਹੋਣ ਸੰਬੰਧੀ ਪਤਾ ਲੱਗ ਜਾਂਦਾ ਹੈ। ਕਬੀਲੇ ਅਨੁਸਾਰ ਰਾਜਸਥਾਨ ਵਿੱਚ ਫੁੱਲਾਂ ਅਤੇ ਰੰਗਾਂ ਦੀ ਘਾਟ ਨੂੰ ਪਹਿਰਾਵੇ ਦੇ ਰੰਗਾਂ ਦੁਆਰਾ ਪੂਰਾ ਕਰਨ ਦੀ ਚੇਸ਼ਟਾ ਕੀਤੀ ਜਾਂਦੀ ਹੈ। ਔਰਤ ਦੇ ਪਹਿਰਾਵੇ ਵਿੱਚ ਗੂੜ੍ਹੇ ਰੰਗਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਪਹਿਰਾਵੇ ਦੀ ਬਨਾਵਟ ਸਰੀਰ ਦੇ ਉਭਾਰਾਂ ਨੂੰ ਆਕਰਸ਼ਿਤ ਰੂਪ ਦੇਣ ਵਿੱਚ ਸਹਾਇਕ ਹੁੰਦੀ ਹੈ। ਉਸ ਉੱਪਰ ਲੱਗੀਆਂ ਕੌਡੀਆਂ, ਫੁੰਮਣੀਆਂ, ਲੋਗੜੀਆਂ ਦੇ ਬਣੇ ਫੁੱਲ ਉਸ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ। ਖੁੰਨਣ ਕਲਾ ਦਾ ਪੰਜਾਬ ਦੇ ਸਾਰੇ ਕਬੀਲਿਆਂ ਵਿੱਚ ਪ੍ਰਚਲਨ ਹੈ। ਬੇਸ਼ੱਕ ਇਸ ਨੂੰ ਪੁਰਾਤਨ ਚਿਕਿਤਸਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰੰਤੂ ਅਜੋਕੇ ਸਮੇਂ ਇਹ ਸਰੀਰ ਦੀ ਖੂਬਸੂਰਤੀ ਨਾਲ ਸੰਬੰਧਿਤ ਕਲਾ ਹੈ। ਜ਼ਿਆਦਾਤਰ ਕਬੀਲਈ ਔਰਤਾਂ ਮਰਦਾਂ ਦੇ ਹੱਥਾਂ, ਬਾਹਾਂ, ਲੱਤਾਂ, ਠੋਡੀ, ਮੱਥੇ ਆਦਿ ਉੱਪਰ ਇਸ ਦੇ ਨਮੂਨੇ ਮਿਲਦੇ ਹਨ। ਹੱਥ ਉੱਪਰ ਜ਼ਿਆਦਾਤਰ ਧਾਰਮਿਕ ਚਿੰਨ੍ਹ, ਓਮ ਜਾਂ ਫੁੱਲ, ਬਾਂਹ ਉੱਤੇ ਕਬੀਲਈ ਔਰਤ ਮਰਦ ਦਾ ਨਾਂ ਖੁਣਿਆ ਮਿਲਦਾ ਹੈ। ਮੱਥੇ ਉੱਤੇ ਚੰਦ ਖੁਣਵਾਇਆ ਜਾਂਦਾ ਹੈ। ਅਸੀਂ ਮੱਥੇ ਦੇ ਚੰਦ ਨੂੰ ਜਦੋਂ ਅਧੀਨ ਵਿਚਾਰਦੇ ਹਾਂ
ਤਾਂ ਇਸ ਦੇ ਦੋ ਪੱਖ ਸਾਡੇ ਸਾਹਮਣੇ ਉਜਾਗਰ ਹੁੰਦੇ ਹਨ। ਇੱਕ ਤਾਂ ਇਹ ਕਿ ਅਸੀਂ ਪ੍ਰਕਿਰਤੀ ਜਾਂ ਸ੍ਰਿਸ਼ਟੀ ਦੀ ਸਭ ਦੀ ਖੂਬਸੂਰਤ ਰਚਨਾ ਸਿਰਜਣਾ ਨੂੰ ਆਪਣੇ ਮੱਥੇ ਦੇ ਸ਼ਿੰਗਾਰ ਲਈ ਵਰਤ ਰਹੇ ਹਾਂ। ਚੰਦ ਦੀ ਸੁੰਦਰਤਾ, ਸ਼ੀਤਲਤਾ, ਨਰਮਾਈ ਭਾਰਤੀ ਸਮਾਜ ਦੀਆਂ ਲੋਕ ਕਹਾਣੀਆਂ ਦਾ ਵਿਸ਼ਾ ਬਣਦੀਆਂ ਹਨ। ਦੂਜਾ, ਔਰਤ ਮਨ ਆਪਣੇ ਸਭ ਤੋਂ ਕਰੀਬੀ ਰਿਸ਼ਤਿਆਂ ਵਿੱਚ ਚੰਦ ਦਾ ਮਾਨਵੀਕਰਨ ਕਰਦੀ ਹੈ। ਬੱਚਿਆਂ ਦੇ ਮਾਮੇ ਭਾਵ ਆਪਣੇ ਭਰਾ ਲਈ ਅਤੇ ਪਤੀ ਨੂੰ ਵੀ ਚੰਨ ਦੇ ਰੂਪ ਵਿੱਚ ਹੀ ਦੇਖਦੀ ਹੈ। ਮੱਥੇ ਤੇ ਚੰਨ ਖੂਨ ਨੂੰ ਮੱਥੇ 'ਚ ਚੰਦ ਲਿਖਵਾਉਣਾ ਜਾਂ ਲੇਖਾਂ ਜਾਂ ਭਾਗਾਂ ਵਿੱਚ ਚੰਦ ਲਿਖਵਾਉਣ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ। ਅਜੋਕੇ ਸਮੇਂ ਦੇ ਸੰਦਰਭ ਵਿੱਚ ਜਦੋਂ ਕਬੀਲਈ ਲੋਕ ਕਲਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਬੀਲਈ ਕਲਾਵਾਂ ਆਪਣੀ ਹੋਂਦ ਗਵਾ ਚੁੱਕੀਆਂ ਪ੍ਰਤੀਤ ਹੁੰਦੀਆਂ ਹਨ, ਕਿਉਂਕਿ ਅਜੋਕੇ ਸਮੇਂ ਦੇ ਹਾਲਾਤ ਅਤੇ ਪੈਦਾਵਾਰੀ ਸਾਧਨ ਕਬੀਲਈ ਸਮੂਹ ਦੇ ਅਨੁਕੂਲ ਨਹੀਂ ਹਨ। ਬ੍ਰਿਟਿਸ਼ ਸ਼ਾਸਨ ਕਾਲ ਦੇ ਦੌਰਾਨ ਹੀ ਕਬੀਲਈ ਲੋਕ ਕਲਾਵਾਂ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਸੀ। ਦੇਸ਼ ਦੀ ਵੰਡ ਨੇ ਕਬੀਲਈ ਲੋਕ ਕਲਾਵਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਕਬੀਲਈ ਸਮੂਹਾਂ ਨੂੰ ਆਪਣੇ ਪਰੰਪਰਾਗਤ ਕਿੱਤੇ ਨਵੇਂ ਮਾਹੌਲ ਵਿੱਚ ਨਵੇਂ ਸਿਰੇ ਤੋਂ ਕਰਨੇ ਮੁਸ਼ਕਲ ਕਾਰਜ ਸੀ। ਕਬੀਲਈ ਸਮੂਹਾਂ ਦੀਆਂ ਕਲਾਵਾਂ ਉੱਤੇ ਸਭ ਤੋਂ ਵੱਡੀ ਸੱਟ ਹਰੀ ਕ੍ਰਾਂਤੀ ਨੇ ਮਾਰੀ, ਜਿਸ ਨਾਲ ਖੇਤੀ ਦੀ ਪੈਦਾਵਾਰ ਵਧੀ। ਵਾਧੂ ਪੈਦਾਵਾਰ ਲਈ ਮੰਡੀ ਅਤੇ ਨਵੀਂ ਮਸ਼ੀਨਰੀ ਦੀ ਲੋੜ ਸੀ, ਜਿਸ ਨੂੰ ਸਾਮਰਾਜੀ ਤਾਕਤਾਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਭਾਰਤੀ ਮੰਡੀ ਨੂੰ ਵਰਤਿਆ। ਹਰੀ ਕ੍ਰਾਂਤੀ ਨੇ ਸਭ ਤੋਂ ਜ਼ਿਆਦਾ ਪੰਜਾਬ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਪੰਜਾਬ ਵਿੱਚ ਰਹਿਣ ਵਾਲੇ ਕਬੀਲਿਆਂ ਦਾ ਇਸ ਤੋਂ ਪ੍ਰਭਾਵਿਤ ਹੋਣਾ ਲਾਜ਼ਮੀ ਸੀ। ਪ੍ਰਸਤਾਵਿਤ ਖੋਜ ਕਾਰਜ ਵਿੱਚ ਅਸੀਂ ਵੱਖ-ਵੱਖ ਕਬੀਲਿਆਂ ਦੀਆਂ ਲੋਕ ਕਲਾਵਾਂ ਨੂੰ ਅਧੀਨ ਵਿਚਾਰਿਆ ਹੈ। ਇਸ ਵਿੱਚ ਇਹ ਧਾਰਨਾ ਮੁੱਖ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਹੁੰਦੀ ਹੈ ਕਿ ਕਿਸੇ ਵੀ ਕਬੀਲਈ ਸਮਾਜ ਦੀ ਕਲਾ ਉਸ ਸਮੂਹ ਦੇ ਚੌਗਿਰਦੇ ਵਿੱਚ ਉਪਲਬਧ ਸਮੱਗਰੀ 'ਤੇ ਆਧਾਰਿਤ ਹੁੰਦੀ ਹੈ, ਜਿਸ ਨੂੰ ਆਪਣੀਆਂ ਕਲਾਤਮਕ ਸੂਝ ਦੁਆਰਾ ਉਪਯੋਗੀ ਬਣਾਉਂਦਾ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਨੂੰ ਅੱਗੇ ਤੋਰਦਾ ਹੈ। ਕਬੀਲਈ ਸਮਾਜ ਦੀਆਂ ਲੋਕ ਕਲਾਵਾਂ ਦੇ ਅਧਿਐਨ ਤੋਂ ਬਾਅਦ ਦੋ ਪੱਖ ਸਾਡੇ ਸਾਹਮਣੇ ਪੇਸ਼ ਹੁੰਦੇ ਹਨ। ਇੱਕ ਤਾਂ ਇਹ ਕਿ ਕਬੀਲਈ ਸਮਾਜ ਪ੍ਰਕਿਰਤੀ ਦੀ ਪੈਦਾਇਸ਼ ਦਾ ਉਹ ਹਿੱਸਾ ਵਰਤੋਂ ਵਿੱਚ ਲਿਆਉਂਦਾ ਹੈ ਜੋ ਕਿਸੇ ਪੈਦਾਵਾਰੀ ਜਿਨਸ ਦਾ ਰੂਪ ਨਹੀਂ ਹੁੰਦਾ। ਦੂਜਾ, ਮੁੱਖ ਧਾਰਾ ਵੱਲੋਂ ਕੂੜ ਕਬਾੜ ਜਾਂ ਦਾਨ ਵਜੋਂ ਦਿੱਤੀਆਂ ਵਸਤਾਂ ਨੂੰ ਉਪਯੋਗੀ ਬਣਾਉਂਦਾ ਹੈ। ਸਾਡੀ ਉਪਰੋਕਤ ਚਰਚਾ ਵਿੱਚੋਂ ਲੋਕ ਕਲਾਵਾਂ ਦਾ ਸਾਰਾ ਦਾਰੋਮਦਾਰ ਉਪਯੋਗਤਾ 'ਤੇ ਟਿਕਿਆ ਹੋਇਆ ਹੈ। ਜਦੋਂ ਤੱਕ ਇਹ ਕਲਾਵਾਂ ਮੁੱਖ ਧਾਰਾ ਲਈ ਉਪਯੋਗੀ ਸਨ, ਉਦੋਂ ਤੱਕ ਇਹ ਵਰਤੀਆਂ ਜਾਂਦੀਆਂ ਰਹੀਆਂ ਹਨ। ਆਧੁਨਿਕ ਮੰਡੀ ਦੇ ਵੱਧਦੇ ਪ੍ਰਭਾਵ ਕਾਰਨ ਕਬੀਲਈ ਲੋਕ ਕਲਾਵਾਂ ਹੀ ਨਹੀਂ, ਸਮੁੱਚੀਆਂ ਲੋਕ ਕਲਾਵਾਂ ਆਪਣੀ ਹੋਂਦ ਗਵਾ ਰਹੀਆਂ ਹਨ। ਧੰਨਵਾਦ।